ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਭੇਦਭਾਨ ਭੱਲਾ ਖੱਤਰੀ ਰਹਿੰਦਾ ਸੀ। ਇਹਨਾਂ ਦੇ ਘਰ ਸ੍ਰੀ ਅਮਰਦਾਸ ਜੀ ਪੈਦਾ ਹੋਏ। ਸ੍ਰੀ ਅਮਰਦਾਸ ਜੀ ਜਦ ਜਵਾਨ ਹੋਏ ਤਾਂ ਪਿੰਡਾਂ ਵਿੱਚ ਫੇਰੀ ਲਾ ਕੇ ਸੌਦਾ ਵੇਚਦੇ ਰਹੇ। ਆਪ ਜੀ ਪਰਮੇਸ਼ਵਰ ਦੇ ਭੋਗ ਵਾਲੇ ਸਨ। ਆਪ ਜੀ ਆਪਣੀ ਕਮਾਈ ਨੂੰ ਸਫਲ ਕਰਨ ਵਾਸਤੇ ਸਾਲ ਦੇ ਸਾਲ ਸੰਗ ਨਾਲ ਮਿਲ ਕੇ ਹਰਿਦੁਆਰ ਤੀਰਥ ਇਸ਼ਨਾਨ ਕਰਨ ਜਾਣ ਲੱਗ ਪਏ। ਉੱਥੇ ਇਸ਼ਨਾਨ ਕਰਕੇ ਪਾਠ ਪੂਜਾ ਤੇ ਪੁੰਨ ਦਾਨ ਕਰਕੇ ਆਪਣੇ ਨੇਮ ਨੂੰ ਪੂਰਾ ਕਰਕੇ ਵਾਪਸ ਆਪਣੀ ਦੁਕਾਨ ਦੀ ਕਿਰਤ ਉੱਤੇ ਆ ਲੱਗਦੇ। ਇਸ ਤਰ੍ਹਾਂ ਕਰਦੇ ਹੋਏ ਜਦ ਆਪ ਜੀ 20ਵੀਂ ਵਾਰ ਇਸ਼ਨਾਨ ਕਰਨ ਵਾਸਤੇ ਹਰਿਦੁਆਰ ਨੂੰ ਤੁਰੇ ਤਾਂ ਰਸਤੇ ਵਿੱਚ ਮੇੜੀ ਪਿੰਡ ਵਿੱਚ ਇੱਕ ਦੁਰਗਾ ਪੰਡਤ ਦੇ ਘਰ ਵਿਸ਼ਰਾਮ ਕਰਨ ਵਾਸਤੇ ਠਹਿਰ ਗਏ। ਆਪ ਜੀ ਗੋਡੇ ਉੱਤੇ ਲੱਤ ਰੱਖ ਕੇ ਲੇਟੇ ਹੋਏ ਸਨ ਕਿ ਪੰਡਤ ਨੇ ਆਪ ਜੀ ਦੇ ਪੈਰ ਵਿੱਚ ਪਦਮ ਰੇਖਾ ਵੇਖ ਕੇ ਆਖਿਆ ਕਿ ਇਸ ਰੇਖਾ ਦੇ ਫਸਲ ਰੂਮ ਆਪ ਜੀ ਚੱਕਰਵਰਤੀ ਰਾਜੇ ਬਣੋਗੇ ਅਤੇ ਆਪ ਜੀ ਦੇ ਸਿਰ ਤੇ ਛਤਰ ਝੂਲੇਗਾ। ਕੁਝ ਚਿਰ ਵਿਸ਼ਰਾਮ ਕਰਕੇ ਜਦ ਗੁਰੂ ਜੀ ਉੱਥੋਂ ਤੁਰਨ ਲੱਗੇ ਤੇ ਪੰਡਤ ਨੂੰ ਕੁਝ ਦਰਸ਼ਨਾਂ ਦੇਣ ਲੱਗੇ ਤਾਂ ਪੰਡਤ ਨੇ ਕਿਹਾ, ਮਹਾਰਾਜ ਇਹ ਦਰਸ਼ਨਾਂ ਮੈਂ ਹੁਣ ਨਹੀਂ ਲੈਣੀ। ਜਦ ਆਪ ਬਹੁਤ ਸਮਰਥਾਵਾਨ ਹੋ ਜਾਓਗੇ ਤਾਂ ਲਵਾਂਗਾ। ਹੁਣ ਕੇਵਲ ਇਤਨਾ ਹੀ ਬਚਨ ਦਿਓ ਕਿ ਜਦ ਇਹ ਗੱਲ ਸੱਚੀ ਹੋ ਜਾਏਗੀ ਤਾਂ ਆਪ ਮੈਨੂੰ ਮੂੰਹ ਮੰਗਿਆ ਦਾਨ ਦਿਓਗੇ। ਗੁਰੂ ਜੀ ਨੇ ਕਿਹਾ, ਜੇਕਰ ਤੇਰਾ ਇਹ ਬਚਨ ਸੱਚਾ ਹੋ ਗਿਆ ਤਾਂ ਫਿਰ ਸਾਨੂੰ ਆਣ ਕੇ ਮਿਲਣਾ, ਅਸੀਂ ਤੈਨੂੰ ਮੂੰਹ ਮੰਗਿਆ ਪਦਾਰਥ ਦੇਵਾਂਗੇ। ਹਰਦਿਆਲ ਇਸ਼ਨਾਨ ਕਰਕੇ ਆਪ ਜੀ ਜਦ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਬ੍ਰਹਮਚਾਰੀ ਸਾਧੂ ਮਿਲਿਆ ਜੋ ਆਪ ਜੀ ਦੇ ਪ੍ਰੇਮ ਕਰਕੇ ਆਪ ਜੀ ਦੇ ਨਾਲ ਹੀ ਵਾਸਰ ਕੇ ਆਇਆ। 2-4 ਦਿਨ ਇਕੱਠੇ ਰਹਿ ਕੇ ਜਦ ਸੰਗਤ ਕਰਦੇ ਰਹੇ ਤਾਂ ਇੱਕ ਦਿਨ ਬ੍ਰਹਮਚਾਰੀ ਨੇ ਪੁੱਛਿਆ, ਭਗਤ ਜੀ ਤੁਹਾਡਾ ਗੁਰੂ ਕਿਹੜਾ ਹੈ ਜਿਸ ਤੋਂ ਤੁਸੀਂ ਦੀਖਿਆ ਲਈ ਹੈ? ਸ੍ਰੀ ਅਮਰਦਾਸ ਜੀ ਨੇ ਕਿਹਾ, ਮੈਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਅਤੇ ਨਾ ਕਿਸੇ ਤੋਂ ਦੀਖਿਆ ਲਈ ਹੈ। ਆਪ ਜੀ ਤੋਂ ਇਹ ਗੱਲ ਸੁਣ ਕੇ ਬ੍ਰਹਮਚਾਰੀ ਨੇ ਬੜੇ ਦੁੱਖ ਨਾਲ ਕਿਹਾ ਕਿ ਮੇਰੇ ਜਪ ਤਪ ਤੇ ਤੀਰਥ ਆਦਿਕ ਸਭ ਨਸ਼ਟ ਹੋ ਗਏ ਹਨ, ਜੋ ਮੈਂ ਆਪ ਜੈਸੇ ਨਿਗੋਰੇ ਦੀ ਸੰਗਤ ਕਰਕੇ ਉਸ ਦੇ ਹੱਥੋਂ ਭੋਜਨ ਛਕਿਆ ਹੈ। ਇਹ ਗੱਲ ਕਰਕੇ ਉਹ ਉੱਠ ਕੇ ਤੁਰ ਗਿਆ। ਪਿੱਛੋਂ ਸ੍ਰੀ ਅਮਰਦਾਸ ਜੀ ਨੂੰ ਬੜਾ ਪਛਤਾਵਾ ਲੱਗਾ ਕਿ ਜੇਕਰ ਨੇ ਗੁਰੇ ਪੁਰਸ਼ ਦੇ ਹੱਥ ਦਾ ਖਾਣਾ ਖਾਦਿਆਂ ਜਾਂ ਪਾਣੀ ਪੀਤਿਆਂ ਸਭ ਸ਼ੁਭ ਕਰਮ ਨਿਸਫਲ ਜਾਂਦੇ ਹਨ ਤਾਂ ਫਿਰ ਨਿਗੁਰਾ ਜਿਹੜੇ ਆਪ ਸ਼ੁਭ ਕਰਮ ਕਰਦਾ ਹੈ ਉਸ ਦਾ ਚੰਗਾ ਫਲ ਉਸ ਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ। ਇਹ ਵਿਚਾਰ ਕਰਕੇ ਆਪ ਜੀ ਨੂੰ ਇਸ ਤੀਵਰ ਤਾਂਗ ਲੱਗ ਗਈ ਕਿ ਗੁਰੂ ਛੇਤੀ ਤੋਂ ਛੇਤੀ ਧਾਰਨਾ ਕਰਨਾ ਚਾਹੀਦਾ ਹੈ। ਇਸ ਵਿਚਾਰ ਨੂੰ ਮੁੱਖ ਰੱਖ ਕੇ ਆਪ ਜੀ ਰਾਤ ਦਿਨ ਅਮਰਦਾਸ ਤੇ ਬੇਨਤੀ ਕਰਦੇ ਕਿ ਹੇ ਪ੍ਰਭੂ ਮੈਨੂੰ ਛੇਤੀ ਹੀ ਸਤਿਗੁਰ ਦਾ ਮੇਲ ਕਰਾਓ, ਮੇਰਾ ਜਨਮ ਸਫਲਾ ਹੋ ਜਾਵੇ। ਸ੍ਰੀ ਅਮਰਦਾਸ ਜੀ ਦੇ ਭਤੀਜੇ ਨਾਲ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਅਮਰੋ ਵਿਆਹੀ ਹੋਈ ਸੀ। ਆਪਣੀ ਚੇਤਾ ਦੇ ਪ੍ਰਭਾਵ ਹੇਠ ਆਣ ਕੇ ਜਿਵੇਂ ਕਹਾਵਤ ਹੈ ਕਿ ਲੋੜ ਕਾਂਡ ਦੀ ਮਾਂ ਹੈ, ਆਪ ਜੀ ਨੇ ਬੀਬੀ ਅਮਰੋ ਜੀ ਨੂੰ ਕਿਹਾ ਕਿ ਪੁੱਤਰੀ ਜੀ ਮੈਨੂੰ ਆਪਣੇ ਪਿਤਾ ਗੁਰੂ ਜੀ ਪਾਸ ਲੈ ਚੱਲ, ਮੈਂ ਉਹਨਾਂ ਦੇ ਦਰਸ਼ਨ ਕਰਕੇ ਸਫਲਾ ਹੋਣਾ ਚਾਹੁੰਦਾ ਹਾਂ। ਪਿਤਾ ਸਮਾਨ ਬਿਰਧ ਸ੍ਰੀ ਅਮਰਦਾਸ ਜੀ ਦੀ ਗੱਲ ਸੁਣ ਕੇ ਬੀਬੀ ਜੀ ਨੇ ਆਪਣੀ ਸੱਸ ਸਹੁਰੇ ਅਤੇ ਪਤੀ ਤੋਂ ਆਗਿਆ ਲੈ ਲਈ ਅਤੇ ਆਪ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਵੱਲ ਬਹਿਲ ਵਿੱਚ ਬੈਠ ਕੇ ਤੁਰ ਪਈ। ਘਰ ਪਹੁੰਚ ਕੇ ਬੀਬੀ ਸ੍ਰੀ ਅਮਰਦਾਸ ਜੀ ਨੂੰ ਇੱਕ ਵੱਖਰੇ ਕਮਰੇ ਵਿੱਚ ਬਿਠਾਲ ਕੇ ਆਪ ਗੁਰੂ ਪਿਤਾ ਪਾਸ ਜਿੱਥੇ ਉਹ ਵਿਰਾਜ ਰਹੇ ਸਨ ਉੱਥੇ ਗਈ। ਗੁਰੂ ਜੀ ਨੇ ਆਪਣੀ ਸੁਪੁੱਤਰੀ ਨੂੰ ਵੇਖ ਕੇ ਪਿਆਰ ਦਿੱਤਾ, ਸੁੱਖ ਪੁੱਛੀ ਅਤੇ ਕਿਹਾ ਕਿ ਬੇਟਾ ਜਿਨ੍ਹਾਂ ਨੂੰ ਨਾਲ ਲੈ ਕੇ ਆਈ ਹੈ ਉਹਨਾਂ ਨੂੰ ਵੱਖ ਕਿਉਂ ਬਿਠਾ ਆਈ ਹੈ, ਉਹਨਾਂ ਨੂੰ ਵੀ ਸਾਡੇ ਪਾਸ ਲੈ ਆ।
ਜਦ ਇਹ ਗੱਲ ਬੀਬੀ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਦੱਸੀ ਤਾਂ ਆਪ ਜੀ ਬਹੁਤ ਪ੍ਰਸੰਨ ਹੋਏ ਅਤੇ ਉੱਠ ਕੇ ਬੀਬੀ ਨਾਲ ਗੁਰੂ ਜੀ ਦੇ ਪਾਸ ਆ ਗਏ। ਗੁਰੂ ਜੀ ਆਪ ਜੀ ਨੂੰ ਆਪਣਾ ਕੁੜਮ ਜਾਣ ਕੇ ਅੱਗੋਂ ਉੱਠ ਕੇ ਮਿਲੇ ਅਤੇ ਸਤਿਕਾਰ ਨਾਲ ਪਾਸ ਬਿਠਾਲ ਕੇ ਕੁਸ਼ਲਤਾ ਪੁੱਛੀ। ਆਪ ਜੀ ਨੇ ਕਿਹਾ, ਮਹਾਰਾਜ ਆਪ ਹੁਣ ਮੈਨੂੰ ਆਪਣਾ ਕੁੜਮ ਨਾ ਸਮਝੋ, ਮੈਂ ਆਪ ਜੀ ਦਾ ਸਿੱਖ ਬਣਨ ਆਇਆ ਹਾਂ। ਆਪ ਗੁਰੂ ਬਣੋ ਤੇ ਮੈਨੂੰ ਉਪਦੇਸ਼ ਦੇ ਕੇ ਸਿੱਖ ਬਣਾਓ। ਇਤਨੇ ਸਮੇਂ ਨੂੰ ਜਦ ਲੰਗਰ ਤਿਆਰ ਹੋਇਆ ਤਾਂ ਗੁਰੂ ਜੀ ਨੇ ਆਪ ਜੀ ਨੂੰ ਪ੍ਰਸ਼ਾਦ ਛਕਣ ਵਾਸਤੇ ਆਪਣੇ ਨਾਲ ਲੰਗਰ ਵਿੱਚ ਲੈ ਗਏ। ਲੰਗਰ ਵਿੱਚ ਜਦ ਆਪ ਜੀ ਨੇ ਮਾਸ ਭਰੇ ਝੂਠੀ ਗੱਲ ਸੁਣੀ ਤਾਂ ਆਪ ਜੀ ਨੇ ਸੋਚਿਆ ਕਿ ਮੈਂ ਦਾਸ ਕਦੀ ਨਹੀਂ ਖਾਂਦਾ, ਜੇ ਹੁਣ ਖਾ ਲਿਆ ਤਾਂ ਪ੍ਰਾਣ ਟੁੱਟ ਜਾਏਗਾ ਅਤੇ ਜੇ ਮੋੜ ਦਿੱਤਾ ਤਾਂ ਜਿਨ੍ਹਾਂ ਨੂੰ ਮੈਂ ਗੁਰੂ ਧਾਰਨ ਆਇਆ ਹਾਂ ਉਹ ਆਪਣਾ ਨਿਰਾਦਰ ਸਮਝ ਕੇ ਨਾਰਾਜ਼ ਹੋ ਜਾਣਗੇ। ਗੱਲ ਕੁਝ ਟੇਢੀ ਜਿਹੀ ਤੇ ਵਿਗੜਦੀ ਜਾਪਦੀ ਹੈ, ਇਸ ਤੋਂ ਕਿਸ ਤਰ੍ਹਾਂ ਬਚਿਆ ਜਾਏ? ਹਾਂ, ਜੇਕਰ ਗੁਰੂ ਜੀ ਅੰਤਰਜਾਮੀ ਹਨ ਤਾਂ ਉਹ ਆਪੇ ਹੀ ਅੰਦਰ ਦੀ ਗੱਲ ਬੁੱਝ ਕੇ ਮਾਸ ਰੱਖਣ ਤੋਂ ਵਰਜ ਦੇਣਗੇ। ਆਪ ਜੀ ਦੇ ਇਸ ਵਿਚਾਰ ਫੁਰਨੇ ਨੂੰ ਅਨੁਭਵ ਕਰਕੇ ਗੁਰੂ ਜੀ ਨੇ ਕਿਹਾ ਕਿ ਇੱਥੇ ਲੰਗਰ ਵਿੱਚ ਸਾਦਾ ਭੋਜਨ ਤੇ ਕੜਾਹ ਪ੍ਰਸ਼ਾਦ ਹੀ ਸੰਗਤਾਂ ਨੂੰ ਵੰਡਿਆ ਜਾਂਦਾ ਹੈ। ਇਹ ਗੱਲ ਸੁਣ ਕੇ ਆਪ ਜੀ ਬਹੁਤ ਪ੍ਰਸੰਨ ਹੋਏ ਅਤੇ ਮਨ ਵਿੱਚ ਹੀ ਆਖਿਆ ਕਿ ਗੁਰੂ ਜੀ ਠੀਕ ਹੀ ਅੰਤਰਜਾਮੀ ਹਨ, ਘਟ ਘਟ ਦੀ ਜਾਣਨ ਵਾਲੇ ਹਨ, ਇਹਨਾਂ ਨੂੰ ਹੀ ਅਵਸ ਗੁਰੂ ਧਾਰਨਾ ਚਾਹੀਦਾ ਹੈ। ਗੁਰੂ ਜੀ ਪਾਸ ਆਣ ਕੇ ਜਦ ਕੁਝ ਦਿਨ ਬੀਤ ਗਏ ਤਾਂ ਆਪ ਜੀ ਭਾਈ ਬੁੱਢਾ ਜੀ ਤੋਂ ਆਗਿਆ ਲੈ ਕੇ ਔਰ ਸਿੱਖਾਂ ਵਾਂਗੂ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ। ਅੰਮ੍ਰਿਤ ਵੇਲੇ ਗੁਰੂ ਜੀ ਵਾਸਤੇ ਜਲ ਦੀਆਂ ਗਾਗਰਾਂ ਲਿਆ ਕੇ ਇਸ਼ਨਾਨ ਕਰਾਉਣਾ, ਫਿਰ ਵਸਤਰ ਸਾਫ਼ ਕਰਕੇ ਆਪ ਇਕਾਤ ਹੋ ਕੇ ਗੁਰੂ ਜੀ ਦੀ ਮੂਰਤੀ ਦਾ ਧਿਆਨ ਧਰ ਕੇ ਬੈਠ ਜਾਂਦੇ। ਸਿਮਰਨ ਤੋਂ ਉੱਠ ਕੇ ਲੰਗਰ ਵਾਸਤੇ ਪਾਣੀ ਲਿਆਉਂਦੇ, ਝਾੜੂ ਦਿੰਦੇ ਅਤੇ ਬਰਤਨ ਮਾਂਜਦੇ। ਆਪ ਦੀ ਸੇਵਾ ਵਿੱਚ ਇਤਨੇ ਤਤਪਰ ਰਹਿੰਦੇ ਕਿ ਆਪ ਜੀ ਨੂੰ ਖਾਣ ਪੀਣ ਤੇ ਪਹਿਨਣ ਦੀ ਵੀ ਕੋਈ ਲਾਲਸਾ ਨਾ ਰਹੀ। ਅਣਥੱਕ ਰਾਤ ਦਿਨ ਸੇਵਾ ਕਰਨ ਕਰਕੇ ਆਪ ਜੀ ਦਾ ਸਰੀਰ ਲਿੱਸਾ ਹੋ ਗਿਆ ਅਤੇ ਸਰੀਰ ਦੇ ਪਹਿਨਣ ਵਾਲੇ ਕੱਪੜੇ ਮਸਤਾਨੇ ਰਹਿੰਦੇ ਹਨ। ਗੁਰੂ ਜੀ ਨੇ ਆਪ ਜੀ ਦੀ ਸੇਵਾ ਉੱਤੇ ਪ੍ਰਸੰਨ ਹੋ ਕੇ ਇੱਕ ਪਰਨਾ ਦਿੱਤਾ, ਜੋ ਆਪ ਜੀ ਨੇ ਗੁਰੂ ਜੀ ਦਾ ਪ੍ਰਸ਼ਾਦ ਸਮਝ ਕੇ ਸਿਰ ਉੱਤੇ ਲਪੇਟ ਲਿਆ। ਆਪ ਜੀ ਤਨ ਕਰਕੇ ਗੁਰੂ ਜੀ ਦੀ ਸੇਵਾ ਅਤੇ ਮਨ ਕਰਕੇ ਗੁਰੂ ਜੀ ਦਾ ਨਾਮ ਚੇਤਨ ਕਰਦੇ ਰਹਿੰਦੇ ਸਨ। ਆਪ ਜੀ ਦੀ ਘੋਰ ਸੇਵਾ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਜਿਹੜਾ ਪਰਨਾ ਸਾਲ ਦੇ ਸਾਲ ਬਖਸ਼ਿਸ਼ ਕਰਦੇ, ਉਹ ਆਪ ਜੀ ਪਹਿਲਾਂ ਦੇ ਉੱਤੇ ਹੀ ਸਿਰ ਉੱਤੇ ਬੰਨੀ ਜਾਂਦੇ। ਇਸ ਤਰ੍ਹਾਂ ਜਦ 11 ਸਾਲ ਬੀਤ ਗਏ ਤਾਂ ਇਹਨਾਂ ਪਰਨਿਆਂ ਦਾ ਆਪ ਜੀ ਦੇ ਸਿਰ ਉੱਤੇ ਇੱਕ ਵੱਡਾ ਮਨਾਸਾ ਬਣ ਗਿਆ। ਆਪ ਜੀ ਦਾ ਸਰੀਰ ਪਤਲਾ ਤੇ ਮਧਰਾ ਸੀ, ਜੋ ਬਿਰਧ ਅਵਸਥਾ ਦੇ ਕਾਰਨ ਬਹੁਤ ਨਿਰਬਲ ਹੋ ਚੁੱਕਾ ਸੀ। ਇੱਕ ਦਿਨ ਆਪ ਜੀ ਨਿਤ ਦੇ ਨੇਮ ਅਨੁਸਾਰ ਗੁਰੂ ਜੀ ਨੇ ਇਸ਼ਨਾਨ ਲਈ ਅੰਮ੍ਰਿਤ ਵੇਲੇ ਪਾਣੀ ਦੀ ਗੱਗ ਸਿਰ ਤੇ ਚੁੱਕ ਕੇ ਲਈ ਆ ਰਹੇ ਸਨ ਕਿ ਰਸਤੇ ਵਿੱਚ ਇੱਕ ਜਲਾਹੇ ਦੀ ਖੱਡੀ ਦੇ ਕਿਲੇ ਨਾਲ ਆਪ ਜੀ ਨੂੰ ਠੇਡਾ ਲੱਗਾ, ਜਿਸ ਨਾਲ ਆਪ ਜੀ ਖੱਡੀ ਵਿੱਚ ਡਿੱਗ ਪਏ। ਜਦ ਆਪ ਜੀ ਦੇ ਡਿੱਗਣ ਦਾ ਖੜਕਾਕ ਜਲਾਹੇ ਨੇ ਸੁਣਿਆ ਤਾਂ ਉਸਨੇ ਜਲਾਹੀ ਨੂੰ ਪੁੱਛਿਆ ਕਿ ਬਾਹਰ ਕੌਣ ਹੈ, ਕੋਈ ਚੋਰ ਹੈ ਜਾਂ ਕੋਈ ਹੋਰ ਪੁਰਸ਼? ਜਲਾਹੀ ਨੇ ਕਿਹਾ, ਇਸ ਵੇਲੇ ਹੋਰ ਕੌਣ ਹੋ ਸਕਦਾ ਹੈ? ਅਮਰੂ ਨਥਾਵਾ ਵੀ ਹੋਵੇਗਾ, ਜਿਹੜਾ ਰਾਤ ਦਿਨ ਕੁੜਮਾਂ ਦਾ ਪਾਣੀ ਢੋਂਦਾ ਫਿਰਦਾ ਹੈ। ਜਲਾਹੀ ਦੀ ਇਹ ਗੱਲ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਕਿਹਾ, ਕਮਲੀਏ, ਮੈਂ ਨਿਥਾਵਾ ਨਹੀਂ ਹਾਂ, ਮੈਂ ਗੁਰੂ ਵਾਲਾ ਹਾਂ, ਤੂੰ ਝੱਲੀ ਹੈ ਜੋ ਇਸ ਤਰ੍ਹਾਂ ਕਹਿੰਦੀ ਹੈ। ਇਹ ਗੱਲ ਕਰਕੇ ਆਪ ਜੀ ਗਾਗਰ ਚੁੱਕ ਕੇ ਗੁਰੂ ਜੀ ਪਾਸ ਆ ਗਏ। ਗੁਰੂ ਜੀ ਨੂੰ ਜਥਾ ਨੇਮ ਇਸ਼ਨਾਨ ਕਰਕੇ ਹੋਰ ਸੇਵਾ ਵਿੱਚ ਲੱਗ ਗਏ। ਉਧਰ ਆਪ ਜੀ ਦੇ ਬਚਨ ਨਾਲ ਜਲਾਹੀ ਕਮਲਿਆਂ ਵਾਂਗੂ ਅਰਲ ਵਰਲ ਬੋਲਣ ਲੱਗ ਪਈ। ਜਦ ਦਿਨ ਚੜਿਆ ਤਾਂ ਅੰਤਰਜਾਮੀ ਗੁਰੂ ਜੀ ਨੇ ਜਲਾਹੀ ਨੂੰ ਸੱਦ ਕੇ ਪੁੱਛਿਆ ਕਿ ਅੱਜ ਅੰਮ੍ਰਿਤ ਵੇਲੇ
ਕੀ ਗੱਲ ਹੋਈ ਸੀ, ਸੱਚ ਦੱਸਣਾ। ਜਲਾਹੇ ਨੇ ਕਿਹਾ, ਮਹਾਰਾਜ, ਜਦ ਤੁਹਾਡੇ ਸੇਵਾਦਾਰ ਬਾਬਾ ਜੀ ਪਾਣੀ ਦੀ ਗਾਗਰ ਲਈ ਆਉਂਦੇ, ਸਾਡੀ ਖੱਡੀ ਦੇ ਕਿੱਲੇ ਨਾਲ ਠੇਡਾ ਖਾ ਕੇ ਡਿੱਗ ਪਏ, ਤਾਂ ਮੈਂ ਪੁੱਛਿਆ, ਕੌਣ ਹੈ? ਮੇਰੀ ਇਸ ਇਸਤਰੀ ਨੇ ਕਿਹਾ, ਇਹ ਅਮਰੂ ਨਥਾਵਾ ਹੋਵੇਗਾ। ਅੱਗੋਂ ਇਹਨਾਂ ਨੇ ਕਿਹਾ, ਕਮਲੀਏ, ਤੂੰ ਚੱਲੀ ਹੈ, ਮੈਂ ਗੁਰੂ ਵਾਲਾ ਹਾਂ, ਨਥਾਵਾ ਨਹੀਂ। ਇਹਨਾਂ ਦੇ ਇਸ ਬਚਨ ਨਾਲ ਹੀ ਮੇਰੀ ਇਸਤਰੀ ਚੱਲੀ ਹੋ ਗਈ ਹੈ। ਆਪ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਅਤੇ ਇਸ ਨੂੰ ਰਾਜੀ ਕਰ ਦਿਓ, ਨਹੀਂ ਤਾਂ ਮੇਰਾ ਘਰ ਵੀਰਾਨ ਹੋ ਜਾਵੇਗਾ। ਜੁਲਾਹੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਸ੍ਰੀ ਅਮਰਦਾਸ ਜੀ, ਨਥਾਵਿਆਂ ਦੀ ਥਾਂ ਹੈ, ਨਿਮਾਣਿਆਂ ਦਾ ਮਾਣ, ਨਿਉਟਿਆਂ ਦੀ ਓਟ, ਨਿਦਰਿਆਂ ਦੀ ਧਿਰ ਹੈ, ਨਿਆਸਰਿਆਂ ਦਾ ਆਸਰਾ ਹੈ। ਅਤੀ ਆਦਿ ਵਾਰਾਂ ਵਰ ਦੇ ਕੇ ਗੁਰੂ ਜੀ ਨੇ ਆਪ ਜੀ ਨੂੰ ਗਲ ਨਾਲ ਲਾ ਲਿਆ ਅਤੇ ਬਚਨ ਕੀਤਾ ਕਿ ਹੁਣ ਤੁਸੀਂ ਮੇਰਾ ਹੀ ਰੂਪ ਹੋਗੇ। ਉਪਰੰਤ ਕਿਰਪਾ ਦ੍ਰਿਸ਼ਟੀ ਕਰਕੇ ਜਲਾਹੀ ਵੱਲ ਵੇਖ ਕੇ ਉਸ ਨੂੰ ਰਾਜੀ ਕਰ ਦਿੱਤਾ ਅਤੇ ਉਹ ਨਮਸਕਾਰ ਕਰਕੇ ਗੁਰੂ ਜੀ ਦੇ ਗੁਣ ਗਾਉਂਦੇ ਘਰ ਨੂੰ ਚਲੇ ਗਏ। ਉਪਰੰਤ ਗੁਰੂ ਜੀ ਨੇ ਆਪ ਜੀ ਦੇ ਸਿਰ ਤੋਂ 11 ਸਾਲਾਂ ਦੇ ਹੇਠ ਉੱਤੇ ਬੰਨੇ ਪਰਨਿਆਂ ਦੀ ਪੰਡ ਲਾ ਦਿੱਤੀ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਹਿਨਾਓ। ਅੱਜ ਤੋਂ ਇਹ ਸਾਡਾ ਰੂਪ ਹੀ ਹਨ, ਸਾਡੇ ਪਿੱਛੋਂ ਗੁਰੂ ਬਾਬੇ ਜੀ ਦੀ ਗੱਦੀ ਉੱਤੇ ਇਹ ਵਿਰਾਜਮਾਨ ਹੋਣਗੇ।